गुड मॉर्निंग स्टूडेंट अज आप अपने 14th चैप्टर के अगले टॉपिक बारे डिस्कशन करांगे। अपने को 4 टॉपिक है जोड़े हो चुके हैं। 5th टॉपिक दे विच अपने को आता है प्रिंसीपल ऑफ एरर। जोड़ा प्रिंसीपल ऑफ एरर आ यह भी एक तरह का प्रोसैस आ जिहदे विच आपां देखते हैं कि वैल्यूज़ आ जिहड़ियां वो किस तरीके नाल रिकॉर्ड कीतियां जांदियां हन। इहदे विच देखो प्रिंसीपल ऑफ एरर दे विच की हुंदा कि मोस्ट ऑफ दी जिहड़े एरर्स हुंदे आ ਇਹ ਉਦੋਂ ਕੀਤੇ ਜਾਂਦੇ ਜਦੋਂ ਕੈਪੀਟਲ ਅਤੇ ਰੈਵਨਿਊ ਆਈਟਮਾਂ ਜਿਹੜੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪ੍ਰੋਪਰਲੀ ਜਿਹੜੀ ਉਹ ਰਿਕਾਰਡ ਨਹੀਂ ਕਰ ਪਾਉਂਦੇ। ਮੀਨ ਟੂ ਸੇ ਕਿ ਆਪਾਂ ਕੈਪੀਟਲ ਅਤੇ ਰੈਵਨਿਊ ਦੀ ਆਈਟਮਸ ਉਹਨਾਂ ਨੂੰ ਗਲਤ ਰਿਕਾਰਡ ਕਰ ਦਿੰਦੇ ਹਾਂ ਤਾਂ ਉਹ ਪ੍ਰਿੰਸੀਪਲ ਆਫ ਐਰਰ ਆ ਜਿਹੜੇ ਉਹ ਆ ਜਾਂਦੇ ਆ। ਫਿਰ ਆਪਣੇ ਕੋਲ ਆ ਜਾਂਦਾ ਹੈ ਕੈਪੀਟਲ ਐਕਸਪੈਂਡੀਚਰ ਟ੍ਰੀਟਡ ਐਜ਼ ਰੈਵਨਿਊ ਐਕਸਪੈਂਡੀਚਰ। ਸਾਡੇ ਕੋਲ ਜੋ ਕੈਪੀਟਲ ਦੇ ਖਰਚੇ ਸੀਗੇ ਉਹਨੂੰ ਅਸੀਂ ਕੀ ਹੈ ਰੈਵਨਿਊ ਦੇ ਖਰਚੇ ਸਮਝ ਕੇ ਗਲਤ ਜਗ੍ਹਾ 'ਤੇ ਲਿਖਤੇ ਆ। ਹਾਂ ਇਹਦੇ ਵਿੱਚ ਦੇਖੋ इंस्टॉलेशन चार्जेस ਸੀਗੇ ਜਿਹੜੇ ਉਹ ਕਿਸੇ ਮਸ਼ੀਨ ਨੂੰ ਇੰਸਟਾਲ ਕਰਨ 'ਤੇ ਸੀਗੇ ਅਤੇ ਉਹਨੂੰ ਆਪਾਂ ਕੀ ਕਰਤਾ ਵੇਜਿਸ ਅਕਾਊਂਟ ਦੇ ਵਿੱਚ ਉਹਨੂੰ ਡੈਬਿਟ ਕਰਤਾ। ਮਸ਼ੀਨ ਨੂੰ ਇੰਸਟਾਲ ਕਰਨ ਵਾਲੇ ਜੋ ਕਿ ਕੈਪੀਟਲ ਦੇ ਵਿੱਚ ਆਪਣੇ ਕੋਲ ਆ ਜਾਂਦੇ ਆ ਉਹਨੂੰ ਆਪਾਂ ਕਿਹਦੇ ਵਿੱਚ ਕਰੀ ਜਾਂਦੇ ਆ ਆਪਾਂ ਉਹਨੂੰ ਵੇਜਿਸ ਵਾਲੇ ਅਕਾਊਂਟ ਦੇ ਵਿੱਚ ਕੀ ਆ ਸੈਂਡ ਕਰੀ ਜਾਂਦੇ ਆ। ਇਹ ਵੀ ਇੱਕ ਤਰ੍ਹਾਂ ਦਾ ਲੋਸ ਆਪਣੇ ਕੋਲ ਹਨ। ਇਹ ਜਿਹੜੇ ਕੀ ਆ ਰੈਵਨਿਊ ਐਕਸਪੈਂਡੀਚਰ ਜਿਹੜੇ ਸੀਗੇ ਉਹਦੇ ਵਿੱਚ ਆਪਾਂ ਕਰੀ ਜਾਂਦੇ ਆ ਤਾਂ ਉਹ ਚੀਜ਼ ਗਲਤ ਆ। ਹਨ ਜਿਹੜੇ ਵਿੱਚ ਇੰਸਟਾਲੇਸ਼ਨ ਚਾਰजेस ਸੀਗੇ ਉਹ ਮਸ਼ੀਨਰੀ ਅਕਾਊਂਟ 'ਚ ਜਾਣੇ ਚਾਹੀਦੇ ਸੀ ਜੋ ਕਿ ਕੈਪੀਟਲ ਦਾ ਖਰਚਾ ਸੀ ਪਰ ਆਪਾਂ ਪਾ ਕੇ ਇਹਦੇ ਵਿੱਚ ਦਿੱਤੇ ਉਹਨੂੰ ਵੇਜਿਸ ਦੇ ਵਿੱਚ ਜੋ ਕਿ ਰੈਵਨਿਊ ਦੇ ਵਿੱਚ ਆ ਜਾਂਦੇ ਆ। ਸੋ ਇਹ ਚੀਜ਼ ਗਲਤ ਹੋ ਗਈ। ਫਿਰ ਆ ਗਿਆ ਰੈਵਨਿਊ ਐਕਸਪੈਂਡੀਚਰ ਆ ਜਿਹੜਾ ਉਹਨਾਂ ਨੂੰ ਕੈਪੀਟਲ ਐਕਸਪੈਂਡੀਚਰ ਸਮਝ ਕੇ ਟਰੀਟ ਕੀਤਾ ਗਿਆ। ਮੰਨ ਲਓ ਕਿ ਹੁਣ ਜਿਵੇਂ ਇਹਨੂੰ ਆਪੋਜ਼ਿਟ ਕਰਦੇ ਆ ਵੀ ਖਰਚੇ ਵੇਜਿਸ ਦੇ ਸੀਗੇ ਵੇਜਿਸ ਦਿੱਤੀ ਕਿਸੇ ਨੂੰ ਤੁਸੀਂ ਉਹਨੂੰ ਲਿਖੀ ਇੱਧਰਲੇ ਪਾਸੇ ਜਾਂਦੇ ਹੋ ਮਸ਼ੀਨਰੀ ਵਾਲੀ ਸਾਈਡ ਤਾਂ ਉਹ ਗਲਤ ਹੋ ਜਾਏਗਾ। ਸੋ ਹਾਂ ਜਿਵੇਂ ਰੂਟੀਨ ਰਿਪੇਅਰ ਸੀ ਮਸ਼ੀਨਰੀ ਦੀ ਉਹ ਡੈਬਿਟ ਕਰਦੇ ਸੀ ਆਪਾਂ ਮਸ਼ੀਨਰੀ ਅਕਾਊਂਟ ਦੇ ਵਿੱਚ ਨਾ ਕਿ ਆਪਾਂ ਕਰ ਰਹੇ ਹਾਂ ਰਿਪੇਅਰ ਦੇ ਵਿੱਚ। ਰਿਪੇਅਰ ਦੇ ਵਿੱਚ ਕਰਨ ਦੀ ਬਜਾਏ ਆਪਾਂ ਕਿਹਦੇ ਵਿੱਚ ਰੂਟੀਨ ਜਿਹੜਾ ਇਹਨੂੰ ਪਾ ਰਹੇ ਹਾਂ ਮਸ਼ੀਨਰੀ ਅਕਾਊਂਟ ਦੇ ਵਿੱਚ। ਸੋ ਹੁਣ ਇਸ ਕੇਸ ਦੇ ਵਿੱਚ ਜਿਹੜੀ ਡੇਲੀ ਦੀ ਰੂਟੀਨ ਸੀਗੀ ਉਹ ਕੀ ਆ ਰੈਵਨਿਊ ਦੇ ਖਰਚੇ ਆ ਉਹ ਰੈਵਨਿਊ 'ਚ ਜਾਣੇ ਚਾਹੀਦੇ ਸੀ ਪਰ ਆਪਾਂ ਉਹਨੂੰ ਪਾ ਕਿਹਦੇ 'ਚ ਰਹੇ ਹਾਂ ਕੈਪੀਟਲ 'ਚ। ਮਸ਼ੀਨ ਸਾਡੀ ਜਿਹੜੀ ਪਰਚੇਸ ਕੀਤੀ ਆ ਉਹਦੀ ਜਿੰਨੀ ਕੋਸਟ ਆ ਅਸੀਂ ਉਹਦੇ ਵਿੱਚ ਵਾਰ-ਵਾਰ ਜਿਹੜਾ ਰੂਟੀਨ ਦਾ ਹੈਗਾ ਖਰਚਾ ਉਹਨੂੰ ਐਡ ਕਰੀ ਜਾਂਦੇ ਹਾਂ ਬਟ ਇਹ ਚੀਜ਼ ਕੀ ਆ ਸਾਡੇ ਬੈਲੈਂਸਿਸ ਨੂੰ ਖਰਾਬ ਕਰ ਦਿੰਦੀ ਆ। ਇਨਕਮ ਇਜ਼ ਟ੍ਰੀਟਡ ਐਜ਼ ਲਾਇਬਿਲਿਟੀ। ਮੋਸਟ ਆਫ ਦੀ ਟਾਈਮ ਕੀ ਹੁੰਦਾ ਹੈ ਕਿ ਜਿਹੜੀ ਇਨਕਮ ਹੁੰਦੀ ਆ ਬਿਜ਼ਨਸ ਦੀ ਉਹ ਸਮ ਟਾਈਮ ਕਿ ਉਹ ਲਾਇਬਿਲਿਟੀ ਦੇ ਵਿੱਚ ਉਹ ਸੈਂਡ ਕਰ ਦਿੰਦੇ ਆ ਬਾਈ ਮਿਸਟੇਕ ਜਾਂ ਕਿਸੇ ਵੀ ਰੀਜ਼ਨ ਕਰਕੇ ਡਿਊ ਟੂ ਨੈਗਲੀਜੈਂਸੀ ਜਾਂ ਮਿਸਟੇਕਸ ਕੁਛ ਵੀ ਹੋ ਸਕਦਾ। ਹੁਣ ਇੱਥੇ ਆਪਾਂ ਨੂੰ ਬੈਡ ਡੈਟਸ ਦੀ ਐਗਜ਼ਾਮਪਲ ਮਿਲੀ ਹੈ 2000 ਦੇ ਬੈਡ ਡੈਟਸ ਸੀਗੇ ਜਿਹੜੇ ਉਹ ਮਿਲੇ ਸੀਗੇ। ਹੁਣ ਰੂਲ ਇਹਦੇ ਵਿੱਚ ਆਪੋਜ਼ਿਟ ਹੋਇਆ ਹੈ ਬੈਡ ਡੈਟਸ ਸਾਨੂੰ ਮਿਲੇ ਸੀਗੇ ਬਟ ਗਲਤੀ ਦੇ ਨਾਲ ਕੀ ਹੋਇਆ ਉਹ ਇਨਕਮ ਦੀ ਬਜਾਏ ਅਸੀਂ ਉਹਨਾਂ ਨੂੰ ਇਹ ਦੱਸਤਾ ਵੀ ਬੈਡ ਡੈਟਸ ਸਾਡੇ ਹੋ ਗਏ ਸਾਡੇ ਤੋਂ ਸਾਨੂੰ ਪੈਸੇ ਮਿਲੇ ਨਹੀਂ ਲਾਇਬਿਲਿਟੀ ਸਾਈਡ ਸ਼ੋਅ ਕਰਤਾ ਉਹਨੂੰ ਅਸੀਂ। ਸਾਡੇ ਕੋਲੇ ਦੋ ਤਰ੍ਹਾਂ ਦੇ ਅਕਾਊਂਟਸ ਆ ਜਿਹੜੇ ਦੇਖਣ ਨੂੰ ਮਿਲਦੇ ਆ ਜਿਹਦੇ ਵਿੱਚ ਇੱਕ ਦੇ ਅਕੋਰਡਿੰਗ ਕ੍ਰੈਡਿਟ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਪਰਸਨ ਆ ਜਿਹੜਾ ਵੈਲਿਊਜ਼ ਨੂੰ ਕੀ ਆ ਸੈਂਡ ਕਰ ਰਿਹਾ ਦੇ ਰਿਹਾ। ਹੁਣ ਇੱਕ ਸਾਈਡ ਹੁੰਦਾ ਕ੍ਰੈਡਿਟ ਦਾ ਮਤਲਬ ਹੁੰਦਾ ਕਿ ਚੀਜ਼ਾਂ ਦੇਣੀਆਂ ਕ੍ਰੈਡਿਟ ਦਾ ਗਿਵਨ। ਇੱਕ ਸਾਈਡ ਹੁੰਦਾ ਨੋਮੀਨਲ ਦੇ ਅਕੋਰਡਿੰਗ ਕ੍ਰੈਡਿਟ ਆਲ ਇਨਕਮ ਐਂਡ ਗੇਨ। ਹੁਣ ਜਿਹੜਾ ਤਾਂ ਸ਼ਾਮ ਸੀਗਾ ਉਹਦਾ ਪਰਸਨਲ ਅਕਾਊਂਟ ਸੀ ਉਹ ਤਾਂ ਕ੍ਰੈਡਿਟ ਹੋਈ ਜਾਂਦਾ ਉਹਦਾ ਰੂਲ ਅਪਲਾਈ ਕਿਹੜਾ ਹੁੰਦਾ ਹੈ ਕ੍ਰੈਡਿਟ ਦਾ ਗਿਵਰ। ਬਟ ਇੱਥੇ ਕੀ ਹੋਣਾ ਸੀਗਾ ਇੱਥੇ ਆਪਾਂ ਨੂੰ ਕ੍ਰੈਡਿਟ ਇਨਕਮ ਹੋਣੀ ਸੀ ਤਾਂ ਆਪੋਜ਼ਿਟ ਹੋ ਗਿਆ ਰੂਲ ਬਦਲ ਗਿਆ। ਜਿੱਥੇ ਕ੍ਰੈਡਿਟ ਦਾ ਮਤਲਬ ਸਾਡੇ ਕੋਲ ਇਨਕਮ ਆਉਣਾ ਸੀ ਹੁਣ ਉਹੀ ਇਨਕਮ ਸਾਨੂੰ ਡੈਬਿਟ ਸ਼ੋਅ ਕਰਨੀ ਪਈ ਆ ਡੈਬਿਟ ਦਾ ਰਿਸੀਵਰ ਮੰਨ ਕੇ ਤਾਂ ਕਰਕੇ ਉਹ ਲਾਇਬਿਲਿਟੀ ਨੂੰ ਸ਼ੋਅ ਕਰੇਗੀ ਕਿਉਂਕਿ ਨੋਮੀਨਲ ਦਾ ਰੂਲ ਇੱਥੇ ਐਪਲੀਕੇਬਲ ਹੋਣਾ ਸੀ ਤਾਂ ਕਰਕੇ ਇਹ ਚੀਜ਼ ਗਲਤ ਹੋ ਗਈ ਵੀ 2000 ਡੈਬਿਟ ਲਿਖਿਆ ਗਿਆ ਹਾਲਾਂਕਿ ਉਹਨੂੰ ਲਿਖਣਾ ਸੀ ਕ੍ਰੈਡਿਟ ਸੀ ਜੋ ਕਿ ਕ੍ਰੈਡਿਟ ਆਲ ਇਨਕਮ ਦੇ ਰੂਲ ਨਾਲ ਅਪਲਾਈ ਹੋਣਾ ਸੀ। ਫਿਰ ਆਪਣੇ ਕੋਲ ਆ ਜਾਂਦਾ ਲਾਇਬਿਲਿਟੀ ਟ੍ਰੀਟਡ ਐਜ਼ ਇਨਕਮ। ਕੋਈ ਲਾਇਬਿਲਿਟੀ ਸੀਗੀ ਤੁਸੀਂ ਉਹਨੂੰ ਇਨਕਮ ਵਾਲੀ ਸਾਈਡ ਪਾਤਾ ਗਲਤ ਹੋ ਜਾਏਗਾ। ਕਿਸੇ ਤੋਂ ਕਮਿਸ਼ਨ ਤੁਸੀਂ ਰਿਸੀਵ ਕੀਤਾ ਉਹ ਤਾਂ ਤੁਹਾਡੀ ਇਨਕਮ ਆ ਬਟ ਅਗਰ ਕਿਸੇ ਨੂੰ ਤੁਸੀਂ ਕਮਿਸ਼ਨ ਦੇ ਰਹੇ ਹੋ ਉਹ ਤੁਹਾਡੇ ਖਰਚੇ ਆ। ਹੁਣ ਜੇ ਤੁਸੀਂ ਜਿਹੜੇ ਕਮਿਸ਼ਨ ਦਿੱਤੇ ਆ ਕਿਸੇ ਨੂੰ ਉਹਨੂੰ ਇਨਕਮ ਵਾਲੀ ਸਾਈਡ ਲਿਖੋਗੇ ਤਾਂ ਤੁਹਾਡੇ ਅਕਾਊਂਟਸ ਆ ਜਿਹੜੇ ਓਬਵੀਅਸ ਆ ਉਹ ਫਰਕ ਦੇ ਵਿੱਚ ਆ ਜਾਣਗੇ। ਹੁਣ ਆਪਣੇ ਕੋਲ ਆ ਜਾਂਦਾ ਹੈ ਟ੍ਰਾਇਲ ਬੈਲੈਂਸ ਦੇ ਵਿੱਚ ਐਰਰ। ਹੁਣ ਟ੍ਰਾਇਲ ਬੈਲੈਂਸ ਆ ਜਿਹੜਾ ਇਹ ਇੱਕ ਤਰੀਕਾ ਹੁੰਦਾ ਹੈ ਬੈਲੈਂਸ ਸ਼ੀਟ ਨੂੰ ਪ੍ਰਪੇਅਰ ਕਰਨ ਤੋਂ ਪਹਿਲਾਂ ਸਾਡੇ ਅਕਾਊਂਟਸ ਦੀ ਐਕੂਰੇਸੀ ਹੈ ਜਿਹੜੀ ਉਹਨੂੰ ਚੈੱਕ ਕਰਨ ਦਾ। ਕਿਉਂਕਿ ਅਸੀਂ ਦੇਖਣਾ ਹੁੰਦਾ ਹੈ ਕਿ ਹੁਣ ਤੱਕ ਜਿਹੜੇ ਅਕਾਊਂਟਸ ਬਣੇ ਆ ਟੈਂਪਰੇਰੀ ਜਿਹੜੇ ਬਣਾਏ ਆ ਅਸੀਂ ਉਹ ਸਾਰੇ ਸਹੀ ਆ ਜਾਂ ਨਹੀਂ। ਇਹਨਾਂ ਚੀਜ਼ਾਂ ਦੇ ਉੱਪਰ ਪ੍ਰੋਪਰ ਦੇਖਣ ਦੇ ਲਈ ਚੈਕਿੰਗ ਕਰਨ ਦੇ ਲਈ
ਜਿਹੜਾ ਟਰਾਇਲ ਬੈਲੈਂਸ ਆ ਉਹਨੂੰ ਬਣਾਇਆ ਜਾਂਦਾ ਹੈ, ਚੈੱਕ ਕੀਤਾ ਜਾਂਦਾ ਹੈ। ਅਗਰ ਸਾਡੇ ਟਰਾਇਲ ਬੈਲੈਂਸ ਇਕੁਅਲ ਆ ਜਾਂਦਾ ਹੈ, ਬਰਾਬਰ ਆ ਜਾਂਦਾ ਬੈਲੈਂਸ, ਇਟ ਮੀਨ ਟੂ ਸੇ ਕਿ ਸਾਡਾ ਸਾਰਾ ਬੈਲੈਂਸ ਸਹੀ ਆ। ਬਟ ਅਗਰ ਟਰਾਇਲ ਬੈਲੈਂਸ ਸਹੀ ਨਹੀਂ ਆਉਂਦਾ, ਮਤਲਬ ਕੋਈ ਨਾ ਕੋਈ ਮਿਸਟੇਕ ਸਾਡੇ ਤੋਂ, ਕੋਈ ਨਾ ਕੋਈ ਐਰਰ ਸਾਡੇ ਤੋਂ ਹੋਇਆ। ਸੋ ਇਸੇ ਚੀਜ਼ ਤੋਂ ਸਾਨੂੰ ਕਲੀਅਰ ਹੋ ਜਾਂਦਾ। ਸਾਡੇ ਕੋਲ ਇਹਦੇ ਰਿਲੇਟਡ 2 ਟੌਪਿਕ ਆ ਜੋ ਅੱਜ ਆਪਾਂ ਡਿਸਕਸ ਕਰਾਂਗੇ। ਪਹਿਲਾ ਹੈਗਾ ਏ ਐਰਰ ਡਿਸਕਲੋਜ਼ਡ ਬਾਏ ਟਰਾਇਲ ਬੈਲੈਂਸ, ਐਰਰ ਨਾਟ ਡਿਸਕਲੋਜ਼ਡ ਬਾਏ ਟਰਾਇਲ ਬੈਲੈਂਸ। ਕੁਝ ਐਰਰਸ ਤਾਂ ਇੱਦਾਂ ਦੇ ਹੁੰਦੇ ਆ ਜਿਹੜੇ ਸਾਨੂੰ ਟਰਾਇਲ ਬੈਲੈਂਸ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਇੱਥੇ ਗਲਤੀ ਹੈ ਜਾਂ ਆਹ ਚੀਜ਼ ਰੋਂਗ ਪਈ ਹੈ। ਬਟ ਕਈ ਐਵੇਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਸਾਨੂੰ ਬਿਲਕੁਲ ਹੀ ਨਹੀਂ ਪਤਾ ਚੱਲਦਾ ਟਰਾਇਲ ਬੈਲੈਂਸ ਤੋਂ ਕਿ ਐਰਰਸ ਆ ਜਿਹੜੇ ਉਹ ਕਿੱਥੋਂ ਹੋਏ ਆ ਜਾਂ ਕਿਹੜੀ ਜਗ੍ਹਾ 'ਤੇ ਇਹ ਦੇਖੇ ਗਏ ਆ। ਅੱਜ ਦਾ ਆਪਣਾ ਕੰਸੈਪਟ ਹੋਏਗਾ ਐਰਰ ਡਿਸਕਲੋਜ਼ਡ ਬਾਏ ਦਾ ਟਰਾਇਲ ਬੈਲੈਂਸ। ਕਿਹੜੇ ਐਰਰ ਆ ਜਿਹੜੇ ਟਰਾਇਲ ਬੈਲੈਂਸ ਦੁਆਰਾ ਡਿਸਕਲੋਜ਼ ਕੀਤੇ ਜਾਂਦੇ ਆ। ਫਸਟ ਆ ਜਾਂਦਾ ਐਰਰ ਇਨ ਕਾਸਟਿੰਗ। ਐਰਰ ਇਨ ਕਾਸਟਿੰਗ ਦਾ ਮਤਲਬ ਹੁੰਦਾ ਕਿ ਜਿਵੇਂ ਸਾਡੇ ਕੋਲੇ ਬਹੁਤ ਵਾਰੀ ਗਲਤ ਲਿਖਿਆ ਜਾਂਦਾ ਵੀ ਅਸੀਂ ਜਿਵੇਂ ਡੈਬਿਟ ਕ੍ਰੈਡਿਟ ਵੈਲਿਊਜ਼ ਲਿਖਦੇ ਹਾਂ ਤਾਂ ਇਹਦੇ ਵਿੱਚ ਕਾਸਟਿੰਗ ਦੇ ਵਿੱਚ ਫ਼ਰਕ ਆਇਆ ਕਿ ਜਿਹੜੀ ਸਾਡੀ ਸੇਲ ਬੁੱਕ ਸੀ ਉਹ ਓਵਰਕਾਸਟ ਸੀਗੀ 100 ਦੇ ਦੁਆਰਾ, ਬਟ ਅਸੀਂ ਟਰਾਇਲ ਬੈਲੈਂਸ ਦੇ ਵਿੱਚ ਕੀ ਕਰਤਾ ਉਹਨੂੰ ਰਿਡਿਊਸ ਕਰਤਾ। ਡੈਬਿਟ ਬੈਲੈਂਸ ਆ ਜਿਹੜਾ ਟਰਾਇਲ ਬੈਲੈਂਸ ਦਾ ਉਹ ਰਿਡਿਊਸ ਹੋ ਜਾਏਗਾ। ਹੁਣ ਇਹਦੇ ਵਿੱਚ ਕੀ ਹੋਇਆ, ਸੇਲ ਬੁੱਕ ਦਾ ਬੈਲੈਂਸ ਅਗਰ 100 ਦੇ ਨਾਲ ਵੱਧਦਾ ਤਾਂ ਓਬਵੀਅਸ ਹੈ ਕਿ ਉਹਦਾ ਆਪੋਜ਼ਿਟ ਆ ਜਿਹੜਾ ਟਰਾਇਲ ਬੈਲੈਂਸ ਆ ਉਹਦੇ ਵਿੱਚ ਫ਼ਰਕ ਆਊਗਾ। ਉਹਦਾ ਜਿਹੜਾ ਡੈਬਿਟ ਬੈਲੈਂਸ ਆ ਉਹ ਘੱਟ ਜਾਏਗਾ ਅਤੇ ਕ੍ਰੈਡਿਟ ਬੈਲੈਂਸ ਆ ਜਿਹੜਾ ਵੱਧ ਜਾਏਗਾ, ਕਿਉਂਕਿ 100 ਦਾ ਫ਼ਰਕ ਆ ਤਾਂ ਜਿਹੜੀ ਸਾਈਡ 100 ਵੱਧ ਪੈ ਗਿਆ ਉੱਧਰਲਾ ਬੈਲੈਂਸ ਜ਼ਿਆਦਾ ਆ ਜਾਊਗਾ, ਜਿੱਧਰ ਨਹੀਂ ਪਿਆ ਉੱਧਰਲਾ ਬੈਲੈਂਸ ਘੱਟ ਜਾਊਗਾ। ਸੋ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਜਿਹੜੀਆਂ ਪ੍ਰੋਬਲਮਸ ਆ ਉਹ ਕ੍ਰੀਏਟ ਕਰ ਜਾਂਦੀਆਂ। ਫਿਰ ਆ ਜਾਂਦਾ ਐਰਰ ਇਨ ਕੈਰੀ ਫਾਰਵਰਡ। ਬਹੁਤ ਵਾਰੀ ਕੀ ਹੁੰਦਾ ਕਿ ਜਦੋਂ ਅਸੀਂ ਇੱਕ ਅਕਾਊਂਟ ਤੋਂ ਦੂਸਰੇ ਅਕਾਊਂਟ ਦੇ ਵਿੱਚ ਵੈਲਿਊ ਨੂੰ ਟ੍ਰਾਂਸਫਰ ਕਰਨਾ ਹੁੰਦਾ ਸਾਡੇ ਤੋਂ ਬਹੁਤ ਸਾਰੀਆਂ ਮਿਸਟੇਕਸ ਹੋ ਜਾਂਦੀਆਂ। ਅਸੀਂ ਕੀ ਆ ਅਮਾਊਂਟ ਹੀ ਗਲਤ ਪਾ ਜਾਂਦੇ ਹਾਂ। ਫੋਰ ਐਗਜ਼ਾਮਪਲ ਅਸੀਂ ਪਾਉਣਾ ਸੀਗਾ 587 ਬਟ ਅਸੀਂ ਕਰ ਕਿੰਨਾ ਦਿੱਤਾ 785। ਹੁਣ ਇਹਦੇ ਵਿੱਚ ਅਤੇ ਇਹਦੇ ਵਿੱਚ ਬਹੁਤ ਫ਼ਰਕ ਆ। ਸੋ ਜਦੋਂ ਆਹ ਚੀਜ਼ਾਂ ਹੋਣਗੀਆਂ ਤਾਂ ਸਾਡਾ ਜਿਹੜਾ ਬੈਲੈਂਸ ਆ ਉਹ ਗਲਤ ਹੋ ਜਾਏਗਾ। ਕੈਰੀ ਫਾਰਵਰਡ ਕਰਦੇ ਸਮੇਂ ਜਦੋਂ ਅਸੀਂ ਗਲਤ ਲਿਖ ਦਾਂਗੇ, ਨੰਬਰ ਜਿਹੜੇ ਸਾਡੇ ਸੀਗੇ ਉਹ ਗਲਤ ਪਾਤੇ, ਵੈਲਿਊ ਗਲਤ ਪਾਤੀ ਤਾਂ ਸਾਡਾ ਜਿਹੜਾ ਟਰਾਇਲ ਬੈਲੈਂਸ ਆ ਉਹ ਦੱਸ ਦੇਗਾ ਕਿ ਵੈਲਿਊਜ਼ ਰੋਂਗ ਆ। ਐਰਰ ਇਨ ਬੈਲੈਂਸਿੰਗ, ਬੈਲੈਂਸ ਕਰ ਰਹੇ ਹਾਂ ਸਾਡੇ ਕੋਲੇ ਡੈਬਿਟ ਐਂਡ ਕ੍ਰੈਡਿਟ 2 ਬੈਲੈਂਸ ਹੁੰਦੇ ਆ। ਦੋਨੋਂ ਸਾਈਡਸ ਦੇ ਵਿੱਚ ਸਾਡੇ ਕੋਲੇ ਮੋਸਟ ਆਫ ਦੀ ਟਾਈਮ ਹੁੰਦਾ ਕਿ ਅਸੀਂ ਕ੍ਰੈਡਿਟ ਐਂਡ ਡੈਬਿਟ ਸਾਈਡ ਦਾ ਬੈਲੈਂਸ ਇਕੁਅਲ ਕਰਦੇ ਹਾਂ। ਜਿਹੜੀ ਸਾਈਡ ਘਟਦੀ ਆ ਅਸੀਂ ਉਸ ਸਾਈਡ ਦੇ ਵਿੱਚ ਬੈਲੈਂਸ ਆ ਜਿਹੜਾ ਉਹ ਕੈਰੀ ਫਾਰਵਰਡ ਕਰਦੇ ਹਾਂ, ਖੁਦ ਕੈਲਕੂਲੇਟ ਕਰਦੇ ਹਾਂ। ਬਟ ਅਗਰ ਅਸੀਂ ਗਲਤ ਕਰ ਲੈਂਦੇ ਹਾਂ ਤਾਂ ਸਾਡਾ ਜਿਹੜਾ ਅਗਲੇ ਅਕਾਊਂਟਸ ਉਹਦੇ ਪ੍ਰਪੇਅਰ ਹੋਣੇ ਆ ਉਹ ਸਾਰੇ ਰੋਂਗ ਹੋ ਜਾਣਗੇ। ਹੁਣ ਜਿਵੇਂ ਇੱਥੇ ਆਪਾਂ ਨੂੰ ਦੱਸੇਗਾ ਕਿ ਜਦੋਂ ਵੀ ਅਸੀਂ ਕੈਲਕੂਲੇਸ਼ਨਸ ਕਰਦੇ ਹਾਂ ਤਾਂ ਟੋਟਲ ਦੇ ਵਿੱਚ ਕਈ ਵਾਰੀ ਅਸੀਂ ਜਿਹੜੀਆਂ ਗਲਤੀਆਂ ਕਰ ਜਾਂਦੇ ਹਾਂ, ਮਿਸਟੇਕਸ ਕਰ ਜਾਂਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਸਾਡੇ ਆਉਣ ਵਾਲੇ ਨੈਕਸਟ ਅਕਾਊਂਟ ਉਹਨਾਂ ਨੂੰ ਖਰਾਬ ਕਰ ਦਿੰਦੀਆਂ। ਫਿਰ ਆ ਜਾਂਦਾ ਐਰਰ ਇਨ ਪੋਸਟਿੰਗ ਟੂ ਕਰੈਕਟ ਅਕਾਊਂਟ ਵਿਦ ਰੋਂਗ ਅਮਾਊਂਟ। ਹੁਣ ਐਰਰ ਆ ਜਾਂਦੇ ਜਦੋਂ ਅਸੀਂ ਇੱਕ ਸਹੀ ਅਮਾਊਂਟ ਨੂੰ ਗਲਤ ਅਕਾਊਂਟ ਦੇ ਵਿੱਚ ਰਿਕਾਰਡ ਕਰ ਦਿੰਦੇ ਹਾਂ। ਹੋ ਸਕਦਾ ਵੀ ਅਸੀਂ ਪਰਚੇਜ਼ ਬੁੱਕ ਦੇ ਵਿੱਚ ਲਿਖਣਾ ਹੋਵੇ ਪਰ ਅਸੀਂ ਉਹਨੂੰ ਰਿਕਾਰਡ ਕਰ ਦਈਏ ਸੇਲ ਬੁੱਕ ਦੇ ਵਿੱਚ, ਜਾਂ ਅਸੀਂ ਪਰਚੇਜ਼ ਬੁੱਕ ਦੇ ਵਿੱਚ ਲਿਖਣ ਦੀ ਬਜਾਏ ਕਿਸੇ ਪਰਸਨ ਦੇ ਨਾਮ ਦੇ ਵਿੱਚ ਉਹਨੂੰ ਲਿਖ ਦਈਏ ਤਾਂ ਉਹ ਚੀਜ਼ਾਂ ਗਲਤ ਹੋ ਜਾਣਗੀਆਂ। ਜਿਵੇਂ ਰੋਂਗ ਅਮਾਊਂਟ ਇਜ਼ ਪੋਸਟਡ ਇਨ ਕਰੈਕਟ ਅਕਾਊਂਟ, ਗਲਤ ਅਮਾਊਂਟ ਸਹੀ ਖਾਤੇ ਵਿੱਚ ਲਿਖਣਾ ਉਹ ਵੀ ਕੀ ਹੈ ਸਾਡੇ ਲਈ ਇਹ ਇੱਕ ਐਰਰ ਆ। ਹੁਣ ਜਿਵੇਂ ਪਰਚੇਜ਼ ਕੀਤਾ ਸੀਗਾ 234 ਦਾ, ਉਹਨੂੰ ਕਰੈਕਟਲੀ ਲਿਖਣਾ ਸੀਗਾ ਪਰਚੇਜ਼ ਬੁੱਕ ਦੇ ਵਿੱਚ, ਬਟ ਜਦੋਂ ਉਹਨੂੰ ਕ੍ਰੈਡਿਟ ਕੀਤਾ ਗਿਆ ਪਰਚੇਜ਼ ਬੁੱਕ ਦੇ ਵਿੱਚ ਤਾਂ ਸਹੀ ਲਿਖਤਾ, ਬਟ ਜਦੋਂ ਉਹਨੂੰ ਦੂਸਰੀ ਬੁੱਕ ਦੇ ਵਿੱਚ ਰਿਕਾਰਡ ਕੀਤਾ ਗਿਆ ਉਹ 324 ਲਿਖਤਾ। ਇਹਦੇ ਵਿੱਚ ਔਰ ਇਹਦੇ ਵਿੱਚ ਕੀ ਆ ਫ਼ਰਕ ਆ ਗਿਆ, ਅਮਾਊਂਟ ਗਲਤ ਜਿਹੜੀ ਆ ਉਹ ਰਿਕਾਰਡ ਹੋ ਗਈ। ਫਿਰ ਆ ਜਾਂਦਾ ਐਰਰ ਇਨ ਪੋਸਟਿੰਗ ਵਿਦ ਕਰੈਕਟ ਅਮਾਊਂਟ ਬਟ ਰੋਂਗ ਸਾਈਡ ਆਫ ਐਨ ਅਕਾਊਂਟ। ਗਲਤੀ ਹੋਈ ਆ, ਅਕਾਊਂਟ ਵੀ ਸਹੀ ਆ, ਵੈਲਿਊ ਵੀ ਸਹੀ ਆ, ਬਟ ਕੀ ਆ ਸਾਈਡ ਗਲਤ ਪਾਤੀ। ਡੈਬਿਟ ਔਰ ਕ੍ਰੈਡਿਟ ਦੇ ਵਿੱਚ ਫ਼ਰਕ ਪਾਤਾ, ਡੈਬਿਟ ਵਾਲੀ ਵੈਲਿਊ ਨੂੰ ਕ੍ਰੈਡਿਟ ਸਾਈਡ ਰਿਕਾਰਡ ਕਰਤਾ ਅਤੇ ਕ੍ਰੈਡਿਟ ਵਾਲੀ ਹੋ ਸਕਦਾ ਡੈਬਿਟ ਸਾਈਡ ਰਿਕਾਰਡ ਹੋ ਗਈ ਹੋਵੇ। ਸੋ ਇਹ ਚੀਜ਼ਾਂ ਕੀ ਆ ਟਰਾਇਲ ਬੈਲੈਂਸ ਦੇ ਵਿੱਚ ਜਿਹੜੇ ਬੈਲੈਂਸਿਸ ਆ ਉਹਨਾਂ ਨੂੰ ਖ਼ਰਾਬ ਕਰਦੀ ਆ ਔਰ ਉਹ ਸਾਨੂੰ ਡਿਡੈਕਟ ਹੋ ਜਾਂਦੇ ਆ, ਪਤਾ ਲੱਗ ਜਾਂਦੇ ਆ। ਐਰਰ ਆਫ ਓਮਿਸ਼ਨ, ਕਿਸੇ ਚੀਜ਼ ਦਾ ਬਿਲਕੁਲ ਹੀ ਗਾਇਬ ਹੋ ਜਾਣਾ, ਬਿਲਕੁਲ ਹੀ ਮਤਲਬ ਕਿ ਜਾਂ ਤਾਂ ਪੂਰੀ ਤਰ੍ਹਾਂ ਹੋ ਜਾਣਾ ਜਾਂ ਹਾਫਲੀ, ਵੀ ਕੋਈ ਚੀਜ਼ ਲਿਖਣਾ ਹੀ ਨਹੀਂ, ਭੁੱਲ ਜਾਣਾ, ਤਾਂ ਉਹਦੇ ਨਾਲ ਵੀ ਇੱਕ ਸਾਈਡ ਆ ਜਿਹੜਾ ਉਹਦਾ ਟੋਟਲ ਨਹੀਂ ਆਊਗਾ, ਸਾਡੇ ਟਰਾਇਲ ਬੈਲੈਂਸ ਆ ਜਿਹੜੇ ਇਕੁਅਲ ਨਹੀਂ ਆਉਣਗੇ। ਫਿਰ ਆ ਜਾਂਦਾ ਐਰਰ ਇਨ ਟੋਟਲਿੰਗ, ਜਦੋਂ ਅਸੀਂ ਟੋਟਲ ਕਰਦੇ ਹਾਂ ਅਗਰ ਉਹ ਗਲਤ ਹੋ ਜਾਂਦਾ ਤਾਂ ਟਰਾਇਲ ਬੈਲੈਂਸ ਵੀ ਸਹੀ ਨਹੀਂ ਆਊਗਾ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਣੇ ਕੋਲ ਇੰਨਾ ਹੀ ਸੀਗਾ। ਨੈਕਸਟ ਜਿਹੜੇ ਹੋਣਗੇ ਐਰਰ ਨਾਟ ਡਿਸਕਲੋਜ਼ਡ ਬਾਏ ਟਰਾਇਲ ਬੈਲੈਂਸ ਉਹ ਆਪਾਂ ਕੱਲ੍ਹ ਦੀ ਵੀਡੀਓ 'ਚ ਕਵਰ ਕਰਾਂਗੇ। ਥੈਂਕ ਯੂ, ਹੈਵ ਅ ਨਾਈਸ ਡੇ।